ਵੈਲਕਮ ਸਟੂਡੈਂਟਸ। ਬੇਟਾ ਅੱਜ ਅਸੀਂ 11ਵੀਂ ਕਲਾਸ ਦਾ ਇੱਕ ਹੋਰ ਨਵਾਂ ਚੈਪਟਰ ਰਾਜ, ਨਵਾਂ ਪਾਠ ਹੈਗਾ ਰਾਜ, ਔਰ ਰਾਜ ਦੀਆਂ ਵਿਸ਼ੇਸ਼ਤਾਵਾਂ ਜਾਂ ਰਾਜ ਦੇ ਤੱਤ ਕਰਨ ਜਾ ਰਹੇ ਹਾਂ। ਇੰਗਲਿਸ਼ ਵਿੱਚ ਰਾਜ ਨੂੰ ਅਸੀਂ ਕੀ ਕਹਿੰਦੇ ਹਾਂ? ਸਟੇਟ। ਉਸ ਦੀਆਂ ਆਪਾਂ ਕਰੈਕਟਰਿਸਟਿਕਸ ਜਾਂ ਫਿਰ ਉਹਨਾਂ ਦੇ ਐਲੀਮੈਂਟਸ ਬਾਰੇ ਪੜਾਂਗੇ। ਸੋ ਬੇਟਾ ਰਾਜ ਕੀ ਹੈ? ਰਾਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਬਹੁਤ ਹੀ ਸਰਵਉੱਚ, ਸਰਵਸ਼੍ਰੇਸ਼ਟ ਅਤੇ ਪ੍ਰਭੁਤਾ ਸੰਪੰਨ ਸੰਗਠਨ ਹੈ। ਮਤਲਬ ਇਹ ਰਾਜ ਦੀ ਵਿਸ਼ੇਸ਼ਤਾ ਹੈ। ਇੱਕ ਤੇ ਉਹ ਸਰਵਉੱਚ ਹੈ, ਸਾਰੀਆਂ ਸੰਸਥਾਵਾਂ ਤੋਂ ਉੱਚਾ ਹੈ, ਸਰਵਸ਼੍ਰੇਸ਼ਟ ਹੈ, ਬਹੁਤ ਹੀ ਸ਼੍ਰੇਸ਼ਟ ਮੰਨਿਆ ਜਾਂਦਾ ਹੈ ਰਾਜ ਨੂੰ, ਅਤੇ ਪ੍ਰਭੁਤਾ ਸੰਪੰਨ ਸੰਗਠਨ ਹੈ। ਬਾਕੀ ਸੰਗਠਨਾਂ ਨਾਲੋਂ ਇਹ 'ਚ ਵੱਖਰਾਪਨ ਕੀ ਹੈ? ਇਹਦੇ ਕੋਲ ਪ੍ਰਭੂ ਸੱਤਾ ਹੈ, ਇਸ ਕਰਕੇ ਪ੍ਰਭੁਤਾ ਸੰਪੰਨ ਸੰਗਠਨ ਹੈ। ਅਤੇ ਰਾਜ ਵਿੱਚ ਰਹਿੰਦਾ ਹੋਇਆ ਹਰ ਵਿਅਕਤੀ ਰਾਜ ਦੇ ਹੁਕਮਾਂ ਨੂੰ ਮੰਨਣ ਲਈ ਪਾਬੰਦ ਹੈ। ਸਾਰੇ ਵਿਅਕਤੀ ਰਾਜ ਦੇ ਹੁਕਮਾਂ ਦਾ ਪਾਬੰਦ ਕਿਉਂ ਕਰਦੇ ਹਨ, ਕਿਉਂ ਮੰਨਦੇ ਹਨ ਹੁਕਮਾਂ ਨੂੰ? ਕਿਉਂਕਿ ਰਾਜ ਕੋਲ ਪ੍ਰਭੂ ਸੱਤਾ ਹੈ। ਜੇ ਵਿਅਕਤੀ ਰਾਜ ਦੇ ਹੁਕਮਾਂ ਦਾ ਪਾਲਣ ਨਹੀਂ ਕਰੇਗਾ ਤਾਂ ਬਦਲੇ ਵਿੱਚ ਰਾਜ ਉਹਨਾਂ ਨੂੰ ਦੰਡ ਵੀ ਦਿੰਦਾ ਹੈ। ਰਾਜਨੀਤਿਕ ਸ਼ਾਸਤਰ ਦੇ ਪਰੰਪਰਾਵਾਦੀ ਵਿਦਵਾਨ ਰਾਜ ਨੂੰ ਰਾਜਨੀਤੀ ਸ਼ਾਸਤਰ ਦਾ ਕੇਂਦਰ ਬਿੰਦੂ ਸਵੀਕਾਰ ਕਰਦੇ ਹਨ। ਸੋ ਇਹ ਗੱਲ ਬੇਟਾ ਤੁਸੀਂ ਪਹਿਲੇ ਪਾਠ ਵਿੱਚ ਹੀ ਪੜ੍ਹੀ ਹੈ। ਡਾਕਟਰ ਗਾਰਨਰ ਨੇ ਕੀ ਕਿਹਾ ਹੈ ਵੀ ਜਿਹੜਾ ਸਾਡਾ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੀ ਹੁੰਦਾ ਹੈ। ਤੁਸੀਂ ਇਹ ਡੈਫੀਨੇਸ਼ਨ ਪੜ੍ਹੀ ਹੋਈ ਹੈ। ਸੋ ਪਰੰਪਰਾਵਾਦੀ ਵਿਦਵਾਨ ਜਿਹੜੇ ਜ਼ਿਆਦਾਤਰ ਵਿਦਵਾਨ ਜਿਹੜੇ ਹਨ ਉਹ ਰਾਜ ਨੂੰ ਰਾਜਨੀਤੀ ਸ਼ਾਸਤਰ ਦਾ ਕੇਂਦਰ ਬਿੰਦੂ ਮੰਨਦੇ ਹਨ। ਰਾਜ ਦੇ ਕੋਲ ਦਬਾਅ ਪਾਉਣ ਵਾਲੀ ਅੰਤਿਮ ਸ਼ਕਤੀ ਹੈ, ਕੋਰੈਸਿਵ ਪਾਵਰ। ਰਾਜ ਦੇ ਕੋਲ ਅੰਤਿਮ ਸ਼ਕਤੀ ਹੈ ਜਿਹਦੇ ਨਾਲ ਰਾਜ ਜਿਹੜਾ ਹੈ ਉਹ ਵਿਅਕਤੀ ਤੇ ਜਿਹੜਾ ਹੈ ਦਬਾਅ ਪਾ ਸਕਦਾ, ਆਪਣਾ ਕੋਈ ਵੀ ਕੰਮ, ਕੋਈ ਵੀ ਹੁਕਮ ਮਨਵਾ ਸਕਦਾ ਹੈ, ਜਿਸ ਕਰਕੇ ਵਿਅਕਤੀ ਰਾਜ ਦੇ ਸਾਰੇ ਹੁਕਮਾਂ ਦੀ ਪਾਲਣ ਕਰਦਾ ਹੈ। ਰਾਜ ਤੋਂ ਬਿਨਾਂ ਹਨੇਰਗਰਦੀ ਅਤੇ ਸ਼ਕਤੀਸ਼ਾਲੀ ਦਾ ਸ਼ਾਸਨ, ਮਾਈਟ ਇਜ਼ ਰਾਈਟ ਵਾਲੀ ਸਥਿਤੀ ਬਣ ਜਾਏ। ਮਤਲਬ ਜੇਕਰ ਰਾਜ ਨਹੀਂ ਹੁੰਦਾ ਹੈ ਤਾਂ ਕੀ ਹੋਏਗਾ? ਮਾਈਟ ਇਜ਼ ਰਾਈਟ, ਮਤਲਬ ਜਿਹਦੇ ਕੋਲ ਸ਼ਕਤੀ ਹੈ ਉਹੀ ਰਾਜ ਕਰਨਾ ਸ਼ੁਰੂ ਕਰ ਦੇਵੇਗਾ, ਔਰ ਹਨੇਰਗਰਦੀ ਜਿਹੜਾ ਹੈ ਉਹਦਾ ਸ਼ਾਸਨ ਹੋ ਜਾਏਗਾ, ਮਤਲਬ ਜਿਹਦੇ ਵਿੱਚ ਕੋਈ ਵੀ ਕਿਸੇ ਦੂਸਰੇ ਦਾ ਕਹਿਣਾ ਨਹੀਂ ਮੰਨੇਗਾ। ਵਰਤਮਾਨ ਰਾਜ ਕੇਵਲ ਕਾਨੂੰਨੀ ਵਿਵਸਥਾ ਬਣਾਏ ਰੱਖਣ ਵਾਲਾ ਕਾਰਜ ਨਹੀਂ, ਸਗੋਂ ਇਹ ਜਨ ਕਲਿਆਣ ਦੀ ਸੰਸਥਾ ਵੀ ਹੈ ਜੋ ਕਿ ਵਿਅਕਤੀ ਦੇ ਵਿਕਾਸ ਲਈ ਹਰ ਉਚਿਤ ਕਾਰਜ ਵੀ ਕਰਦਾ ਹੈ। ਮਤਲਬ ਰਾਜ ਸਿਰਫ ਕਾਨੂੰਨ ਬਣਾਉਣ ਵਾਲੀ ਸੰਸਥਾ ਹੀ ਨਹੀਂ ਹੈ ਵੀ ਰਾਜ ਇਸ ਕਰਕੇ ਨਹੀਂ ਜ਼ਰੂਰੀ ਵੀ ਸਾਡੇ ਲਈ ਕਾਨੂੰਨ ਬਣਾਉਂਦਾ ਹੈ, ਬਲਕਿ ਜਨ ਕਲਿਆਣ ਦਾ ਕੰਮ ਵੀ ਕਰਦਾ ਹੈ ਤੇ ਵਿਅਕਤੀ ਦੇ ਹਰ ਉਚਿਤ ਵਿਕਾਸ ਦਾ ਕੰਮ ਵੀ ਕਰਦਾ ਹੈ। ਹੁਣ ਬੱਚੇ ਅਸੀਂ ਆ ਜਾਂਦੇ ਹਾਂ, ਸਾਰੇ ਜਿੰਨੇ ਵੀ ਕਨਸੈਪਟ ਆ ਅਸੀਂ ਉਹਨਾਂ ਦੇ ਮੇਨ ਤਾਂ ਉਹਨਾਂ ਦੀ ਉਤਪੱਤੀ ਅਤੇ ਉਹਨਾਂ ਦੇ ਅਰਥ ਜ਼ਰੂਰ ਪੜ੍ਹਦੇ ਹਾਂ। ਸੋ ਰਾਜ ਸ਼ਬਦ ਦੀ ਉਤਪੱਤੀ ਅਤੇ ਅਰਥ, origin and meaning of the word state। ਰਾਜ ਸ਼ਬਦ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਸਟੇਟ ਕਿਹਾ ਜਾਂਦਾ ਹੈ, ਤੁਹਾਨੂੰ ਸਾਰਿਆਂ ਨੂੰ ਇਹ ਗੱਲ ਪਤਾ ਹੈ, ਹੁਣ ਤਾਂ ਬਿਲਕੁਲ ਯਾਦ ਹੋ ਗਈ ਹੋਈ ਹੈ। ਅਤੇ ਸਟੇਟ ਸ਼ਬਦ ਜਿਹੜਾ ਹੈ ਲਤੀਨੀ ਭਾਸ਼ਾ ਦੇ ਸ਼ਬਦ ਜਿਹੜਾ ਸਟੇਟਸ ਤੋਂ ਬਣਿਆ ਹੈ, ਯਾਨੀ ਸਟੇਟ ਕਿੱਥੋਂ? ਲਤੀਨੀ ਭਾਸ਼ਾ ਦੇ ਸਟੇਟਸ ਵਰਡ ਤੋਂ ਬਣਿਆ ਹੈ। ਤੁਸੀਂ ਸਟੇਟਸ ਵਰਡ ਬਹੁਤ ਵਾਰੀ ਸੁਣਿਆ ਹੈ, ਆਪਾਂ ਕਹਿੰਦੇ ਨਾ ਉਹਦਾ ਸਟੇਟਸ ਦੇਖੋ ਕਿੰਨਾ ਉੱਚਾ ਹੈ ਜਾਂ ਉਹਦਾ ਸਟੇਟਸ ਬਹੁਤ ਵਧੀਆ ਹੈ। ਸੋ ਸਟੇਟਸ ਕੀ ਹੈ? ਸਟੇਟਸ ਦਾ ਅਰਥ ਹੈ ਲਤੀਨੀ ਭਾਸ਼ਾ ਵਿੱਚ ਦੂਜਿਆਂ ਦੇ ਮੁਕਾਬਲੇ ਉੱਚਾ ਪੱਧਰ। ਜਿਹੜਾ ਬਾਕੀ ਮੁਕਾਬਲਿਆਂ ਵਿੱਚ ਉੱਚਾ ਪੱਧਰ ਜਿਹਦਾ ਹੋਵੇ ਉਹਦੇ ਵਾਸਤੇ ਵਰਡ ਕੀ ਯੂਜ਼ ਕੀਤਾ ਜਾਂਦਾ ਹੈ? ਸਟੇਟਸ। ਇਸ ਲਈ ਰਾਜ ਇੱਕ ਅਜਿਹਾ ਸੰਗਠਨ ਹੈ ਜਿਸ ਦਾ ਦਰਜਾ ਜਿਹੜਾ ਹੈ ਬਾਕੀ ਦੇ ਸੰਗਠਨਾਂ ਨਾਲੋਂ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਆਧੁਨਿਕ ਰੂਪ ਵਿੱਚ ਜਿਹੜੀ ਰਾਜ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਇਟਲੀ ਦੇ ਪ੍ਰਸਿੱਧ ਵਿਦਵਾਨ ਮੈਕਾਈਵਲੀ ਦੁਆਰਾ 1523 ਈਸਵੀ ਵਿੱਚ ਆਪਣੀ ਪ੍ਰਕਾਸ਼ਿਤ ਪੁਸਤਕ, ਉਹਨਾਂ ਨੇ ਕਿਤਾਬ ਲਿਖੀ ਸੀ ਦ ਪ੍ਰਿੰਸ, ਉਹਦੇ ਵਿੱਚ ਕੀਤੀ ਗਈ ਸੀ। ਸੋ ਬੇਟਾ ਇਹਦੇ ਵਿੱਚੋਂ 2-3 ਪ੍ਰਸ਼ਨ ਨਿਕਲ ਗਏ ਤੁਹਾਡੇ। ਇੱਕ ਤਾਂ ਹੋ ਸਕਦਾ ਪਹਿਲਾਂ ਤੁਹਾਨੂੰ ਇਹ ਵੀ ਪ੍ਰਸ਼ਨ ਆ ਜਾਏ ਰਾਜ ਸ਼ਬਦ ਜਿਹੜਾ ਹੈ ਉਹਦੀ ਉਤਪੱਤੀ ਕਿਹੜੇ ਸ਼ਬਦ ਤੋਂ ਹੋਈ ਹੈ, ਤਾਂ ਇਹ ਆ ਗਿਆ ਲਤੀਨੀ ਭਾਸ਼ਾ ਦੇ ਸ਼ਬਦ ਸਟੇਟਸ ਤੋਂ। ਦੂਸਰਾ ਕੁਐਸਚਨ ਆ ਸਕਦਾ ਸਭ ਤੋਂ ਪਹਿਲਾਂ ਰਾਜ ਸ਼ਬਦ ਦੀ ਵਰਤੋਂ ਨੇ ਆਧੁਨਿਕ ਰੂਪ ਵਿੱਚ ਕਿਸ ਨੇ ਕੀਤੀ? ਤਾਂ ਤੁਸੀਂ ਕਹਿ ਸਕਦੇ ਹੋ ਮੈਕਾਈਵਲੀ ਨੇ ਕੀਤੀ ਸੀ, ਜੋ ਕਿ ਇਟਲੀ ਦੇ ਰਹਿਣ ਵਾਲੇ ਸੀ। ਕਦੋਂ ਕੀਤੀ ਗਈ? 1523 ਈਸਵੀ ਵਿੱਚ। ਕਿਹੜੀ ਪੁਸਤਕ ਵਿੱਚ ਉਹਨਾਂ ਨੇ ਕੀਤੀ ਹੈ? ਦ ਪ੍ਰਿੰਸ ਪੁਸਤਕ ਵਿੱਚ ਕੀਤੀ ਹੈ। ਅੱਗੇ ਬੱਚੇ ਆ ਗਿਆ ਰਾਜ ਸ਼ਬਦ ਦੀ ਅਣਉਚਿਤ ਵਰਤੋਂ। ਸੋ ਕਹਿੰਦਾ ਇੰਪ੍ਰੋਪਰ ਯੂਜ਼ ਆਫ ਦਾ ਟਰਮ ਸਟੇਟ। ਇੰਪ੍ਰੋਪਰ ਮਤਲਬ ਅਣਉਚਿਤ ਵਰਤੋਂ, ਮਤਲਬ ਆਮ ਭਾਸ਼ਾ ਵਿੱਚ ਰਾਜ ਸ਼ਬਦ ਨੂੰ ਪ੍ਰਾਂਤ, ਰਾਸ਼ਟਰ, ਸਰਕਾਰ, ਦੇਸ਼, ਸਮਾਜ ਆਦਿ ਦੀ ਥਾਂ ਤੇ ਵਰਤ ਲਿੱਤਾ ਜਾਂਦਾ ਹੈ। ਮਤਲਬ ਇਹਨਾਂ ਸਾਰੀਆਂ ਜਗ੍ਹਾ ਤੇ ਆਪਾਂ ਰਾਜ ਸ਼ਬਦ ਦੀ ਵਰਤੋਂ ਕਰ ਲੈਂਦੇ ਹਾਂ ਅਕਸਰ, ਪਰ ਇਹ ਸਭ ਜਿਹੜੇ ਹਨ ਰਾਜ ਸ਼ਬਦ ਦੇ ਗਲਤ ਪ੍ਰਯੋਗ ਹਨ। ਰਾਜ ਸ਼ਬਦ ਦਾ ਸਹੀ ਅਰਥ ਜਿਹੜਾ ਹੈ ਕਿਸੇ ਦੇਸ਼ ਦੇ ਨਾਮ ਲਈ ਰਾਜ ਲਗਾਇਆ ਜਾਂਦਾ ਹੈ। ਕਈ ਵਾਰੀ ਰਾਜ ਸ਼ਬਦ ਨੂੰ ਅਸੀਂ ਸੰਘ ਦੀਆਂ ਇਕਾਈਆਂ
ਜਿਵੇਂ ਕਿ ਭਾਰਤ ਦੇ ਜਿੰਨੇ ਵੀ ਅਸੀਂ ਕਹਿੰਦੇ ਨਾ ਭਾਰਤ ਦੇ ਕਿੰਨੇ ਰਾਜ ਹਨ, ਅਸਲ ਵਿੱਚ ਉਹ ਗਲਤ ਪ੍ਰਯੋਗ ਕੀਤਾ ਹੁੰਦਾ ਹੈ। ਉਹ ਰਾਜ ਨਹੀਂ ਹੁੰਦੇ, ਉਹ ਸੰਘ ਦੀਆਂ ਸੰਘ ਸਾਡੇ ਦਿੱਲੀ ਹੈ ਸਾਡਾ, ਔਰ ਉਹਦੀਆਂ ਇਕਾਈਆਂ ਹਨ ਜਿਹੜੇ ਕਿ ਜਿਵੇਂ ਪੰਜਾਬ, ਹਰਿਆਣਾ, ਉੜੀਸਾ ਔਰ ਸਾਡੇ ਜਿੰਨੇ ਵੀ ਰਾਜ ਹਨ ਉਹ ਸੰਘ ਦੀਆਂ ਇਕਾਈਆਂ ਅਖਵਾਉਂਦੀਆਂ ਹਨ। ਪਰ ਉਹਦੇ ਲਈ ਗਲਤ ਸ਼ਬਦ ਯੂਜ਼ ਕੀਤਾ ਜਾਂਦਾ ਹੈ ਰਾਜ। ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਵੀ ਜਿੰਨੇ ਬੇਟੇ ਸੰਯੁਕਤ ਰਾਜ ਅਮਰੀਕਾ ਉਹਦੀਆਂ ਵੀ ਬਹੁਤ ਸਾਰੇ ਜਿਹੜੇ ਰਾਜ ਆਪਾਂ ਕਹਿ ਦਿੰਦੇ ਹਾਂ ਉਹਨਾਂ ਨੂੰ, ਪਰ ਉਹ ਵੀ ਕੀ ਹੈ ਉਹਨਾਂ ਦੀ ਸੰਘ ਦੀਆਂ ਇਕਾਈਆਂ, ਜਿਵੇਂ ਕੈਲੀਫੋਰਨੀਆ, ਨਿਊਯਾਰਕ, ਬਹੁਤ ਸਾਰੀਆਂ ਉਹਨਾਂ ਦੀਆਂ ਉਹਦੇ ਵਾਸਤੇ ਵੀ ਗਲਤ ਪ੍ਰਯੋਗ ਕਰ ਲਿੱਤਾ ਜਾਂਦਾ ਹੈ। ਪਰੰਤੂ ਇਹ ਰਾਜ ਸ਼ਬਦ ਦਾ ਸਹੀ ਪ੍ਰਯੋਗ ਨਹੀਂ ਹੈ। ਮੈਂ ਤੁਹਾਨੂੰ ਪਹਿਲੇ ਦੱਸ ਦਿੱਤਾ ਇਹਨਾਂ ਸੰਘ ਦੀ ਇਕਾਈਆਂ ਵਾਸਤੇ ਜ਼ਿਆਦਾਤਰ ਜਿਹੜਾ ਹੈ ਰਾਜ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਗਲਤ ਹੈ। ਹੁਣ ਬੱਚੇ ਆ ਗਿਆ ਸਾਡਾ ਅਗਲਾ ਟੌਪਿਕ ਰਾਜ ਦੀਆਂ ਪਰਿਭਾਸ਼ਾਵਾਂ। ਰਾਜ ਦੀ ਡੈਫੀਨੇਸ਼ਨ ਕਿਹੜੇ ਵਿਚਾਰਕਾਂ ਨੇ ਦਿੱਤੀ ਹੈ। ਸੋ ਸਭ ਤੋਂ ਪਹਿਲੇ ਅਰਸਤੂ ਦਾ ਨਾਮ ਤੁਸੀਂ ਬੜਾ ਫੇਮਸ ਹੈ, ਬੜੀ ਵਾਰੀ ਸੁਣਿਆ ਹੋਇਆ ਅਰਸਤੂ ਦਾ ਨਾਮ। ਅਰਸਤੂ ਨੇ ਕੀ ਕਿਹਾ ਹੈ? ਰਾਜ ਪਰਿਵਾਰਾਂ ਅਤੇ ਪਿੰਡਾਂ ਦਾ ਉਹ ਸੰਗਠਨ ਹੈ ਜਿਸ ਦਾ ਉਦੇਸ਼ ਇੱਕ ਪੂਰਨ ਤੇ ਆਤਮ ਨਿਰਭਰ ਜੀਵਨ ਦੀ ਪ੍ਰਾਪਤੀ ਕਰਨਾ ਹੈ। ਦੇਖੋ ਬੜੀ ਸਿੰਪਲ ਡੈਫੀਨੇਸ਼ਨ ਹੈ। ਰਾਜ ਕਿਹਨਾਂ ਨੂੰ ਮਿਲ ਕੇ ਬਣਦਾ? ਬਹੁਤ ਸਾਰੇ ਲੋਕਾਂ ਨੂੰ, ਪਰਿਵਾਰਾਂ ਨੂੰ ਮਿਲ ਕੇ ਅਤੇ ਬਹੁਤ ਸਾਰੇ ਪਿੰਡਾਂ ਨੂੰ। ਰਾਜ ਪਰਿਵਾਰਾਂ ਅਤੇ ਪਿੰਡਾਂ ਦਾ ਉਹ ਸੰਗਠਨ ਹੈ ਜਿਸ ਦਾ ਉਦੇਸ਼ ਕੀ ਹੈ? ਇੱਕ ਪੂਰਨ ਤੇ ਆਤਮ ਨਿਰਭਰ ਜੀਵਨ ਦੀ ਪ੍ਰਾਪਤੀ ਕਰਨਾ। According to Aristotle, the state is a union of families and villages having for its end a perfect and self-sufficient life. ਇਹ ਹੋ ਗਈ ਸਾਡੀ ਅਰਸਤੂ ਦੀ ਪਰਿਭਾਸ਼ਾ। ਹੁਣ ਅਸੀਂ ਆ ਜਾਂਦੇ ਹਾਂ ਬੇਟੇ ਬਲੰਸ਼ਲੀ ਨੇ ਕੀ ਕਿਹਾ ਹੈ ਇਹਦੇ ਬਾਰੇ। ਬਲੰਸ਼ਲੀ ਦੇ ਅਨੁਸਾਰ ਇੱਕ ਨਿਸ਼ਚਿਤ ਪ੍ਰਦੇਸ਼ ਉੱਤੇ ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਗਠਿਤ ਹੋਏ ਲੋਕਾਂ ਨੂੰ ਰਾਜ ਕਿਹਾ ਜਾਂਦਾ ਹੈ। ਜਿਹੜੇ ਇੱਕ ਨਿਸ਼ਚਿਤ ਪ੍ਰਦੇਸ਼ ਵਿੱਚ ਰਹਿੰਦੇ ਹਨ, ਜਿਨ੍ਹਾਂ ਦਾ ਰਾਜਨੀਤਿਕ ਦ੍ਰਿਸ਼ਟੀਕੋਣ ਇੱਕ ਹੁੰਦਾ, ਉਸ ਤੋਂ ਜਿਹੜੇ ਗਠਿਤ ਹੋ ਕੇ ਜਿਹੜੇ ਲੋਕਾਂ ਦਾ ਸਮੂਹ ਹੁੰਦਾ ਉਸ ਨੂੰ ਰਾਜ ਕਿਹਾ ਜਾਂਦਾ ਹੈ। ਇੰਗਲਿਸ਼ 'ਚ ਦੇਖੋ, ਅਕੋਰਡਿੰਗ ਟੂ ਬਲੰਸ਼ਲੀ, ਸਟੇਟ ਇਜ਼ ਏ ਪੋਲੀਟੀਕਲੀ ਆਰਗੇਨਾਈਜ਼ਡ ਪੀਪਲ ਆਫ ਡੈਫੀਨੇਟ ਟੈਰੀਟਰੀ। ਡੈਫੀਨੇਟ ਟੈਰੀਟਰੀ ਮਤਲਬ ਇੱਕ ਨਿਸ਼ਚਿਤ ਭੂ-ਭਾਗ ਵਿੱਚ ਰਹਿ ਰਹੇ ਲੋਕਾਂ ਦਾ ਰਾਜਨੀਤਿਕ ਸੰਗਠਨ, ਉਸਨੂੰ ਰਾਜ ਕਿਹਾ ਜਾਂਦਾ ਹੈ। ਇੱਕ ਬੇਟਾ ਹੋਰ ਡੈਫੀਨੇਸ਼ਨ ਹੈ ਵੁਡਰੋ ਵਿਲਸਨ ਦੀ। ਵੁਡਰੋ ਵਿਲਸਨ ਨੇ ਕੀ ਕਿਹਾ ਹੈ? ਇੱਕ ਨਿਸ਼ਚਿਤ ਇਲਾਕੇ ਦੇ ਅੰਦਰ ਕਾਨੂੰਨ ਦੁਆਰਾ ਸੰਗਠਿਤ ਲੋਕਾਂ ਨੂੰ ਰਾਜ ਕਿਹਾ ਜਾਂਦਾ ਹੈ। ਉਹੀ ਨਿਸ਼ਚਿਤ ਇਲਾਕਾ ਜ਼ਰੂਰ ਹੁੰਦਾ ਹੈ, ਜਿਹੜੇ ਕਾਨੂੰਨ ਦੇ ਦੁਆਰਾ ਸੰਗਠਿਤ ਕੀਤੇ ਗਏ ਲੋਕ ਉਹਦੇ ਵਿੱਚ ਰਹਿੰਦੇ ਹਨ, ਉਹ ਸਾਰੇ ਲੋਕਾਂ ਨੂੰ ਜਿਹੜਾ ਹੈ ਉਹਨਾਂ ਜਿਸ ਜਗ੍ਹਾ ਤੋਂ ਰਹਿੰਦੇ ਹੋ ਸਾਰੇ ਜਿਹੜੇ ਜਿੰਨੀ ਵੀ ਉਹ ਸਥਿਤੀ ਹੈ ਉਸਨੂੰ ਰਾਜ ਕਿਹਾ ਜਾਂਦਾ ਹੈ। ਅਕੋਰਡਿੰਗ ਟੂ ਵੁਡਰੋ ਵਿਲਸਨ ਇੰਗਲਿਸ਼ ਵਿੱਚ ਦ ਸਟੇਟ ਇਜ਼ ਅ ਪੀਪਲ ਆਰਗੇਨਾਈਜ਼ਡ ਫॉर ਲਾਅ ਵਿਦਿਨ ਅ ਡੈਫੀਨੇਟ ਟੈਰੀਟਰੀ। ਸਟੇਟ ਉਹਨਾਂ ਲੋਕਾਂ ਦਾ ਆਰਗੇਨਾਈਜ਼ਡ ਸਮੂਹ ਹੈ ਜਿਹੜੇ ਕਿ ਕਾਨੂੰਨ ਦੇ ਦੁਆਰਾ ਜਿਹੜੇ ਸੰਗਠਿਤ ਕੀਤੇ ਹੁੰਦੇ ਹਨ, ਜਿਹੜੇ ਇੱਕ ਡੈਫੀਨੇਟ ਟੈਰੀਟਰੀ ਵਿੱਚ ਰਹਿੰਦੇ ਹਨ। ਸੋ ਬੇਟਾ ਪਰਿਭਾਸ਼ਾਵਾਂ ਕੋਈ ਵੀ ਤੁਸੀਂ 2 ਜਾਂ 3 ਪਰਿਭਾਸ਼ਾਵਾਂ ਚੰਗੀਆਂ ਜਾਂ ਬੁੱਕ 'ਚੋਂ ਵੀ ਤੁਹਾਨੂੰ ਕੋਈ ਅੱਛੀ ਲੱਗੇ ਯਾਦ ਕਰ ਸਕਦੇ ਹੋ। ਇਹ ਸਾਰੀਆਂ ਪਰਿਭਾਸ਼ਾਵਾਂ ਪੜ੍ਹਨ ਤੋਂ ਬਾਅਦ ਅਸੀਂ ਕਿਸ ਸਿੱਟੇ ਤੇ ਪਹੁੰਚੇ? ਜਿਹੜੀ ਮਰਜ਼ੀ ਪਰਿਭਾਸ਼ਾ ਹੋਵੇ, ਸਾਰੇ ਗੱਲ ਇੱਕ ਤਾਂ ਮੇਨ ਹੀ ਕਹਿ ਰਹੇ ਹੈ। ਪਹਿਲੀ ਗੱਲ ਕੀ ਹੈ ਕਿ ਰਾਜ ਰਾਜਨੀਤਿਕ ਰੂਪ ਵਿੱਚ ਅਜਿਹੇ ਲੋਕਾਂ ਦਾ ਸਮੂਹ ਹੈ। ਇੱਕ ਰਾਜਨੀਤਿਕ ਰੂਪ ਵਿੱਚ ਇਕੱਠੇ ਹੋਏ ਲੋਕਾਂ ਦਾ ਸਮੂਹ ਹੈ ਜਿਹੜੇ ਧਰਤੀ ਦੇ ਨਿਸ਼ਚਿਤ ਟੁਕੜੇ ਤੇ ਸਥਾਈ ਤੌਰ ਤੇ ਰਹਿੰਦੇ ਹਨ। ਇੱਕ ਨਿਸ਼ਚਿਤ ਮਤਲਬ ਉਹਨਾਂ ਨੂੰ ਇੱਕ ਸੈੱਟ ਟੈਰੀਟਰੀ ਮਿਲੀ ਹੋਈ ਹੈ, ਜਿਵੇਂ ਭਾਰਤ ਦੇ ਨਕਸ਼ੇ ਦੇ ਅੰਦਰ ਰਹਿ ਰਹੇ ਹਨ, ਆਪਣੀ ਸੀਮਾ ਦੇ ਅੰਦਰ, ਪਾਕਿਸਤਾਨ ਦੀ ਆਪਣੀ ਸੀਮਾ ਦੇ ਅੰਦਰ। ਸੋ ਹਰ ਦੇਸ਼ ਦੀ ਆਪਣੀ ਸੀਮਾ ਹੈ। ਇਸ ਕਰਕੇ ਉਹਦੇ ਲਈ ਆਪਾਂ ਕਹਿੰਦੇ ਨੇ ਨਿਸ਼ਚਿਤ ਭੂ-ਭਾਗ ਜਾਂ ਨਿਸ਼ਚਿਤ ਟੁਕੜੇ ਦੇ ਅੰਦਰ ਸਥਾਈ ਰੂਪ ਵਿੱਚ ਪਰਮਾਨੈਂਟ ਉੱਥੇ ਰਹਿੰਦੇ ਹਨ। ਉਹਨਾਂ ਦੀ ਆਪਣੀ ਉੱਥੇ ਸਰਕਾਰ ਹੁੰਦੀ ਹੈ ਜਿਸ ਦੇ ਹੁਕਮਾਂ ਦੀ ਉਹ ਪਾਲਣਾ ਕਰਦੇ ਹਨ ਤੇ ਉਹਨਾਂ ਕੋਲ ਅੰਦਰੂਨੀ ਅਤੇ ਬਾਹਰੀ ਕੰਟਰੋਲ, ਪੂਰਾ ਸੁਤੰਤਰ ਜਾਂ ਆਪਣੇ ਅੰਦਰੂਨੀ ਦੇਸ਼ ਦੇ ਅੰਦਰ ਫੈਸਲੇ ਵੀ ਉਹ ਬਿਨਾਂ ਕਿਸੇ ਹਸਤਕਸ਼ੇਪ ਤੋਂ ਕਰ ਸਕਦੇ ਹਨ ਤੇ ਦੇਸ਼ ਦੇ ਬਾਹਰ ਕਿਸੇ ਦੂਜੇ ਦੇਸ਼ ਨਾਲ ਵੀ ਅਗਰ ਕੋਈ ਸੰਧੀ ਸਮਝੌਤਾ ਕੁਝ ਵੀ ਕਰਨਾ ਤੇ ਉਹ ਸਭ ਕਰਨ ਲਈ ਉਹ ਕੀ ਹੁੰਦੇ ਹਨ? ਸੁਤੰਤਰ ਹੁੰਦੇ ਹਨ। ਹੁਣ ਬੱਚੇ ਅਸੀਂ ਆ ਜਾਂਦੇ ਹਾਂ ਰਾਜ ਦੇ ਜ਼ਰੂਰੀ ਤੱਤ ਕਿਹੜੇ ਹਨ। ਅਸੈਂਸ਼ੀਅਲ ਐਲੀਮੈਂਟਸ ਆਫ ਦਾ ਸਟੇਟਸ। ਇਸ ਲਈ ਤੱਕ ਤੁਹਾਨੂੰ ਪੱਕੇ ਯਾਦ ਹੋ ਜਾਣੇ ਚਾਹੀਦੇ ਹਨ। 4 ਮਹੱਤਵਪੂਰਨ ਤੱਤ ਹਨ। ਪਹਿਲਾ ਹੈ ਜਨਸੰਖਿਆ, ਦੂਸਰਾ ਹੈ ਨਿਸ਼ਚਿਤ ਇਲਾਕਾ, ਤੀਸਰਾ ਹੈ ਸਰਕਾਰ ਤੇ ਚੌਥਾ ਹੈ ਪ੍ਰਭੂਸੱਤਾ। ਪੋਪੂਲੇਸ਼ਨ, ਫਿਕਸਡ ਟੈਰੀਟਰੀ, ਗਵਰਨਮੈਂਟ ਐਂਡ ਸੋਵਰੇਨਿਟੀ। ਇਹ 4 ਜਿਹੜੇ ਹਨ ਰਾਜ ਦੇ ਮਹੱਤਵਪੂਰਨ ਤੱਤ ਮੰਨੇ ਜਾਂਦੇ ਹਨ। ਇਸ ਤੋਂ ਬਾਅਦ ਅਸੀਂ ਚਾਰੇ ਤੱਤਾਂ ਦੀ ਜਿਹੜੀ ਹੈ ਉਹ ਡਿਟੇਲ ਨਾਲ ਲਵਾਂਗੇ ਨੌਲੇਜ। ਪਹਿਲਾ ਆ ਗਿਆ ਜਨਸੰਖਿਆ ਜਾਂ ਵਸੋਂ। ਸੋ ਵਸੋਂ ਰਾਜ ਦਾ ਮਹੱਤਵਪੂਰਨ ਮਨੁੱਖੀ ਤੱਤ ਹੈ। ਵਸੋਂ ਕਿਹਨਾਂ ਨੂੰ ਮਿਲ ਕੇ ਬਣੇਗੀ? ਮਨੁੱਖਾਂ ਨੂੰ ਮਿਲ ਕੇ ਬਣਦੀ ਹੈ, ਇਸ ਕਰਕੇ ਮਨੁੱਖੀ ਤੱਤ ਹੈ। ਇਸ ਤੋਂ ਬਿਨਾਂ ਤਾਂ ਰਾਜ ਦੀ ਸਥਾਪਨਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਤਲਬ ਜੇ ਪਾਪੂਲੇਸ਼ਨ ਹੀ ਨਹੀਂ ਹੋਏਗੀ, ਲੋਕ ਹੀ ਨਹੀਂ ਹੋਣਗੇ ਤਾਂ ਰਾਜ ਕਿਵੇਂ ਬਣੇਗਾ? ਰਾਜ ਦੀ ਜਨਸੰਖਿਆ ਕਿੰਨੀ ਹੋਣੀ ਚਾਹੀਦੀ ਹੈ? ਹੁਣ ਜਨਸੰਖਿਆ ਦੀ ਅੱਗੇ ਗੱਲ ਆ ਗਈ, ਕਿੰਨੀ ਹੋਣੀ ਚਾਹੀਦੀ ਹੈ? ਇਸ ਸੰਬੰਧ ਵਿੱਚ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਆਧੁਨਿਕ ਯੁੱਗ ਵਿੱਚ ਵੱਡੀ ਤੋਂ ਵੱਡੀ ਵਸੋਂ ਵਾਲੇ ਵੀ ਰਾਜ ਹਨ, ਮਤਲਬ ਬਹੁਤ ਜ਼ਿਆਦਾ ਜਨਸੰਖਿਆ ਵਾਲੇ ਵੀ ਰਾਜ ਹਨ, ਜਿਵੇਂ ਚੀਨ ਸਭ ਤੋਂ ਵੱਧ ਵਸੋਂ ਵਾਲਾ, ਜਿਹਦੀ ਜਨਸੰਖਿਆ 135 ਕਰੋੜ ਤੋਂ ਵੀ ਵੱਧ ਹੈ। ਦੂਜੇ ਨੰਬਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਭਾਰਤ ਦਾ ਨੰਬਰ ਆਂਦਾ ਹੈ। ਭਾਰਤ ਦੀ ਜਨਸੰਖਿਆ ਜਿਹੜੀ ਹੈ
2011 ਵਿੱਚ ਜਿਹੜੀ ਸੀ 125 ਕਰੋੜ ਤੋਂ ਵੱਧ ਸੀ, ਤਾਂ ਹੁਣ ਤਾਂ 130 ਕਰੋੜ ਤੋਂ ਵੀ ਵੱਧ ਪਹੁੰਚ ਚੁੱਕੀ ਹੈ। ਹੁਣ 2021 ਚ ਜਨਗਣਨਾ ਹੋਏਗੀ ਤਾਂ ਲੇਟੈਸਟ ਉਹਦੀ ਜਨਸੰਖਿਆ ਦੱਸ ਦਿੱਤੀ ਜਾਏਗੀ ਕਿ ਕਿੰਨੀ ਐਟ ਪ੍ਰੈਜ਼ੈਂਟ ਹੈ। ਅਮਰੀਕਾ ਦੀ ਵਸੋਂ 29 ਕਰੋੜ ਤੋਂ ਵੱਧ ਹੈ। ਸੋ ਐਗਜ਼ਾਮਪਲਸ ਹੈ ਬੇਟੇ, ਮਤਲਬ ਜਿੱਥੇ ਵੱਧ ਵਸੋਂ ਵਾਲੇ ਰਾਜ ਹਨ ਉੱਥੇ ਘੱਟ ਵਸੋਂ ਵਾਲੇ ਵੀ ਰਾਜ ਹਨ। ਘੱਟ ਵਸੋਂ ਵਾਲੇ ਰਾਜਾਂ ਵਿੱਚ ਜਿਵੇਂ ਮੋਰਾਕੋ ਹੈ, मोनाको भी है, मोनाको भी है देश, और सैन मारिनो भी है। सो इन्हों की आबादी 30,000 25,000। सो एग्जाम्पल्स दित्तियां है। घट आबादी वाले 25-30 हज़ार वाले राज भी है तो 135-30 करोड़ वाले राज भी है। सो जरूरी नहीं, कहता भावें राज की वसों की कोई सीमा नहीं है, कोई दसिया नहीं है किसी भी विचारक ने भी किन्नी होनी चाहिए तो राज बनेगा। सो घट तो घट भी सीमा वाले राज भी है, वध तो वध जनसंख्या वाले है। पर लोगों के जीवन को सुखमई बनाने लई अगर आप आइडियल देखिए किन्नी जनसंख्या होनी चाहिए है जिहदे च सारे लोग सुखमय जीवन व्यतीत कर सकन, तां राज की वसों ना तो बहुत ज़्यादा होनी चाहिए है तो ना ही बहुत थोड़ी होनी चाहिए है। ये आइडियल है। बहुत ज़्यादा होएगी तो सुविधावां पूरियां नहीं होणगियां सारे लोगों नूं, ते जे बहुत ही घट होएगी तो साडे देश विकास किवें करनगे। सो फिर भी कहंदा अरस्तू के विचार अनुसार पूरी तरह नाल सहमत हाँ। असीं अरस्तू ने की कहा है कि राज की जनसंख्या ते भू खेतर विचकार संतुलन होना चाहिए है। मेन गल बच्चे, जिन्नी जनसंख्या है उहदा जिन्ना भू खेतर है, मतलब जिन्नी रहन ली जगह है उहदे लई उन्नी जनसंख्या, जिन्ने लोग उहदे च आसानी नाल रह सकते हैं उन्नी जनसंख्या होनी चाहिए है। जनसंख्या इन्नी ज़्यादा भी नहीं होनी चाहिए कि लोग अपनी लोड़ां भी पूरियां ना कर सकन, तो इन्नी घट भी नहीं होनी चाहिए कि राज की हद्दां दी लोकी राखी भी ना कर सकन। मतलब जे जनसंख्या बहुत ही घट है, राज बहुत ही वड्डा है, तो उन्हां दी हद्दां दी राखी कौन करेगा। तो जे जनसंख्या जिहड़ी है बहुत ज़्यादा है, राज बहुत ही छोटा है, रहन नूं जगह ही नहीं है, तो लोगों नूं सहूलतां किवें दित्तियां जाणगीआं। इस करके अरस्तू का विचार बिल्कुल ठीक है कि जनसंख्या ते भू खेतर विचकार एक संतुलन होना चाहिए है। सो मैनूं लगदा तुहानूं जनसंख्या या वसों चंगी तरह ना समझ आ गया होएगा। दूसरे नंबर ते असीं आ जाने हाँ निश्चित भू-भाग। राज ਲਈ निश्चित भूमि का होना बहुत ही जरूरी है। निश्चित मतलब फिक्स टैरेटरी। खाना बदोश लोग तुहानूं पता ਜਿਹੜੇ एक थां तो दूजी थां ते चले जाते हैं, कभी टिके नहीं रहते, घूमते रहते हैं, वो कभी भी राज का निर्माण नहीं कर सकते। अज कित्थे कल कित्थे किते। एक राज की स्थापना ਲਈ भूमि किन्नी होनी चाहिए है, इस दे बारे भी कोई निश्चित मतलब किन्नी सानूं जगह मिलनी चाहिए है, किन्नी फिक्स टैरेटरी होनी चाहिए है। एक राज के निर्माण ਲਈ किन्नी भूमि, इस दे बारे विच कोई सीमा तो निश्चित नहीं है। पर प्लेटो, अरस्तू, रूसो वर्गे ਜਿਹੜੇ विद्वान हैं ये छोटे आकार वाले राजां के समर्थक सन। ये पुराने पुरातन विद्वान हैं, ये चाहते सी छोटे छोटे राज होने चाहिए क्योंकि उस टाइम के राज होंदे भी बहुत छोटे सी। अज संसार दे विच वड्डे वड्डे राज भी हैं, पर अज जिहड़ी है उन्हां दी गल सूटेबल नहीं है क्योंकि बहुत वड्डे वड्डे राज हैं जिन्हां दा जिहड़ा है बहुत ज़्यादा एरिया है। जिवें रूस सब तो वध जिहड़ा है जिहदा एरिया है खेत्रफल जिहड़ा की है 86 ਲੱਖ वर्ग मील है। अमरीका का 36,15,222 वर्ग मील है और भारत का खेत्रफल 12,61,597 वर्ग मील है। वर्ग मीलों च बटे दसिया होया, यानी कि इन्ने वध जिहड़े हैं भू खेतर वाले भी राज हैं। तो इस तरह ही हुण छोटे वाले भी हैं, जिवें सैन मैरिनो का खेत्रफल 90 वर्ग मील है, मोराको का खेत्रफल जोड़ा है 50 वर्ग मील है, नरोआ का खेत्रफल 40 वर्ग मील है। तो राज के इलाके विच केवल उत्थों की धरती ही शामिल नहीं बल्कि उहदे नाल लगदे समुद्री तट अते उसदे वायुमंडल का एरिया भी सारा शामिल हुंदा है। ये सारे राज विच ही शामिल हुंदे हन। समुद्री सीमावां के संबंध विच वख-वख राजां दे अपने वखरे वखरे नियम बनाए हुए हैं भी किन्नी सीमा तक उन्हां दा इलाका है। सो राज का भू खेतर इन्ना छोटा भी नहीं होना चाहिए कि लोग अपना गुजारा ना कर सकन, ते इन्ना वड्डा भी नहीं होना चाहिए कि लोग अपने सरहदां दी रक्षा भी ना कर सकन। उही गल जिहड़ी तुसीं बसों विच पढ़ी सी। सो ये भी तुहाडा बिल्कुल क्लीयर हो गया कि निश्चित भू-भाग की है, किन्नी जनसंख्या होनी चाहिए है। तीजा साडा महत्वपूर्ण तत्त आ गया सरकार, गवर्नमेंट। कहता एक निश्चित इलाके विच वसदे लोगों का समूह उदों तक राज नहीं अखवांदा जदों तक उन्हां दी कोई अपनी सरकार ना होवे। मतलब सरकार तो बिना जिहड़ा है राज नहीं बन सकता। सरकार ही एक अजिहा संगठन है जिस द्वारा राज की इच्छावां नूं पूरा किया जा सकता है। यानी राज अपनी इच्छा नूं किहदे द्वारा पूरा करता है? सरकार दे द्वारा, जिन्नी नीतियां नूं लागू करवांदा है। किसी भी राज विच सरकार का रूप होना आ सकदा, कोई भी हो सकता, जरूरी नहीं भी एक तरह की लोकतंत्र ही होवे, जरूरी नहीं है। किसी भी किस्म की सरकार हो सकती है, जिवें अलग अलग तरह दी सरकारां हुंदियां, जिवें गणतंत्र, राजतंत्र हुंदा मोनार्की, कुलीन तंत्र हुंदा एरिस्टोक्रेसी, लोकतंत्र हुंदा डेमोक्रेसी,
ਤਾਨਾਸ਼ਾਹੀ ਹੁੰਦੀ ਡਿਕਟੇਟਰਸ਼ਿਪ, ਸੰਸਦੀय शासन प्रणाली संसदीय सरकार है, पार्लियामेंट्री फॉर्म ऑफ गवर्नमेंट, प्रधानगी ਹੁੰਦੀ ਪ੍ਰੈਜ਼ੀਡੈਂਸ਼ੀਅਲ, ਇਕਾਤਮਕ ਹੁੰਦੀ ਯੂਨਿਟਰੀ, ਸੰਘਾਤਮਕ ਹੁੰਦੀ ਫੈਡਰਲ। ਸੋ ਅਲੱਗ-ਅਲੱਗ ਜਿਹੜੀਆਂ ਕਿਸਮ ਦੀਆਂ ਸਰਕਾਰਾਂ ਹੁੰਦੀਆਂ ਹਨ। ਸੋ ਸਰਕਾਰ ਦੀ ਕਿਸਮ ਜਿਹੜੀ ਹੈ ਸਮੇਂ ਅਤੇ ਲੋੜ ਅਨੁਸਾਰ ਬਦਲਦੀ ਰਹਿੰਦੀ ਹੈ। ਪਰ ਕਹਿੰਦਾ ਹਰ ਸਰਕਾਰ ਦੇ 3 ਅੰਗ ਹੁੰਦੇ ਹਨ। ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ, ਹਰ ਦੇਸ਼ ਵਿੱਚ ਸਰਕਾਰ ਦੇ 3 ਹੀ ਅੰਗ ਹੁੰਦੇ ਹਨ। ਪਹਿਲਾ ਅੰਗ ਕੋਈ ਇੱਕ ਅੰਗ ਲੈ ਲਓ, ਵਿਧਾਨ ਪਾਲਿਕਾ ਲੈਜਿਸਲੇਚਰ ਜਿਹੜੀ ਕਿ ਕਾਨੂੰਨ ਬਣਾਉਣ ਦਾ ਕੰਮ ਕਰਦੀ ਹੈ। ਦੂਸਰਾ ਕਿਹੜੀ ਹੈ ਕਾਰਜਪਾਲਿਕਾ ਐਗਜ਼ੀਕਿਊਟਿਵ, ਇਹ ਕੀ ਕੰਮ ਕਰਦੀ ਹੈ ਕਾਨੂੰਨਾਂ ਨੂੰ ਲਾਗੂ ਕਰਦੀ ਹੈ। ਤੇ ਤੀਸਰੀ ਸਾਡੀ ਜਿਹੜਾ ਅੰਗ ਹੈ ਜੁਡੀਸ਼ਰੀ ਨਿਆਂਪਾਲਿਕਾ ਕੀ ਕਰਦੀ ਹੈ ਕਾਨੂੰਨਾਂ ਦੀ ਵਿਆਖਿਆ ਕਰਦੀ ਹੈ ਤੇ ਝਗੜਿਆਂ ਦਾ ਨਿਪਟਾਰਾ ਕਰਦੀ ਹੈ। ਸੋ ਇਹ ਤਿੰਨਾਂ ਦੇ ਕੰਮ ਦੱਸੇ ਗਏ ਹਨ। ਵਿਧਾਨ ਪਾਲਿਕਾ ਕਾਨੂੰਨ ਬਣਾਉਣਾ ਤੇ ਧਨ ਤੇ ਕੰਟਰੋਲ ਕਰਨਾ, ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਤੇ ਰਾਜ ਪ੍ਰਬੰਧ ਚਲਾਉਂਦੀ ਹੈ, ਤੇ ਨਿਆਂਪਾਲਿਕਾ ਕਾਨੂੰਨਾਂ ਦੀ ਵਿਆਖਿਆ ਕਰਦੀ ਹੈ ਤੇ ਝਗੜਿਆਂ ਦਾ ਨਿਪਟਾਰਾ ਕਰਦੀ ਹੈ। ਸੋ ਸਰਕਾਰ ਦਾ ਰੂਪ ਚਾਹੇ ਕਹਿੰਦਾ ਕੋਈ ਵੀ ਕਿਉਂ ਨਾ ਹੋਵੇ, ਪਰੰਤੂ ਰਾਜ ਵਿੱਚ ਸਰਕਾਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਤੋਂ ਬਿਨਾਂ ਰਾਜ ਦੀ ਸਥਾਪਨਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸੋ ਹੁਣ ਤੁਹਾਨੂੰ ਸਰਕਾਰ ਵੀ ਕਲੀਅਰਲੀ ਸਮਝ ਆ ਗਿਆ। ਚੌਥੇ ਤੱਤ ਤੇ ਅਸੀਂ ਆ ਜਾਂਦੇ ਹਾਂ ਪ੍ਰਭੂ ਸੱਤਾ ਸੋਵਰੇਨਿਟੀ। ਪ੍ਰਭੂ ਸੱਤਾ ਜਿਹੜਾ ਹੈ ਸ਼ਬਦ ਲਤੀਨੀ ਭਾਸ਼ਾ ਦੇ ਸ਼ਬਦ ਸੁਪਰਨੇਸ ਸ਼ਬਦ ਤੋਂ ਲਿਆ ਗਿਆ ਹੈ। ਹਰ ਇੱਕ ਸ਼ਬਦ ਕਿਤੋਂ ਨਾ ਕਿਤੋਂ ਤੇ ਲਿਆ ਹੀ ਗਿਆ ਹੈ। ਸੋ ਪ੍ਰਭੂ ਸੱਤਾ ਸ਼ਬਦ ਪਹਿਲਾਂ ਸਮਝ ਲਓ ਸੁਪਰਨੇ, ਇਸੇ ਤੁਹਾਨੂੰ ਬੇਟਾ 1 ਵਰਡ ਵੀ ਆ ਜਾਂਦਾ ਹੁੰਦਾ ਕਿ ਪ੍ਰਭੂ ਸੱਤਾ ਸ਼ਬਦ ਕਿਹੜੇ ਸ਼ਬਦ ਤੋਂ ਬਣਿਆ ਹੈ। ਸੋ ਲਤੀਨੀ ਭਾਸ਼ਾ ਦੇ ਸ਼ਬਦ ਸੁਪਰਨਸ ਤੋਂ ਬਣਿਆ ਹੈ, ਜਿਸ ਦਾ ਅਰਥ ਕੀ ਹੈ ਸਰਵੋੱਚ ਸੱਤਾ। ਸੁਪਰ ਆਪਾਂ ਕਹਿੰਦੇ ਨਾ ਸੁਪਰ ਪਾਰ ਜਿਹਦਾ ਹੋ ਗਿਆ, ਸੁਪਰਨਸ ਮਤਲਬ ਸਰਵੋੱਚ ਸੱਤਾ, ਸਰਵੋੱਚ ਸ਼ਕਤੀ, ਸਭ ਤੋਂ ਵੱਧ ਸ਼ਕਤੀ ਜਿਹਦੇ ਕੋਲ ਹੁੰਦੀ ਹੈ। ਸੋ ਪ੍ਰਭੂ ਸੱਤਾ ਰਾਜ ਦਾ ਮਹੱਤਵਪੂਰਨ ਤੱਤ ਹੈ, ਕਿਉਂਕਿ ਪ੍ਰਭੂ ਸੱਤਾ ਕਾਰਨ ਹੀ ਰਾਜ ਕਿਸੇ ਵੀ ਦੂਜੇ ਰਾਜ ਦੇ ਹੁਕਮਾਂ ਨੂੰ ਮੰਨਣ ਲਈ ਪਾਬੰਦ ਨਹੀਂ ਹੁੰਦਾ। ਤੁਹਾਨੂੰ ਮੈਂ ਪਹਿਲਾਂ ਵੀ ਸਮਝਾਈ ਹੋਈ ਗੱਲ ਕਿ 15 ਅਗਸਤ 1947 ਤੋਂ ਪਹਿਲਾਂ ਭਾਰਤ ਜਿਹੜਾ ਸੀ ਉਹ ਸੰਪੂਰਨ ਰਾਜ ਨਹੀਂ ਸੀ। ਉਹਦੇ ਕੋਲ ਪਿਛਲੇ ਆਪਣੇ ਸਾਰੇ ਤੱਤਾਂ ਸੀ, ਉਹਦੇ ਕੋਲ ਵਸੋਂ ਵੀ ਸੀ, ਨਿਸ਼ਚਿਤ ਭੂ-ਭਾਗ ਵੀ ਸੀ, ਉਸ ਟਾਈਮ ਤੇ ਸਰਕਾਰ ਵੀ ਸੀ, ਪਰ ਸਰਕਾਰ ਚਾਹੇ ਅੰਗਰੇਜ਼ਾਂ ਦੀ ਸੀ, ਪ੍ਰਭੂ ਸੱਤਾ ਨਹੀਂ ਸੀ। ਕਿਉਂ ਨਹੀਂ ਸੀ? ਕਿਉਂਕਿ ਅਸੀਂ ਕਿਸੇ ਦੇ ਅਧੀਨ ਸੀ, ਅਸੀਂ ਅੰਗਰੇਜ਼ੀ ਸ਼ਕਤੀ ਦੇ ਅਧੀਨ ਕੰਮ ਕਰ ਰਹੇ ਸੀ। ਇਸ ਕਰਕੇ ਉਸ ਲਈ ਭਾਰਤ ਸਾਡਾ ਜਿਹੜਾ ਸੰਪੂਰਨ ਰਾਜ ਨਹੀਂ ਸੀ। ਸੋ ਪ੍ਰਭੂ ਸੱਤਾ ਜਦੋਂ ਮਿਲ ਜਾਂਦੀ ਹੈ ਤਾਂ ਕੋਈ ਵੀ ਰਾਜ ਜਿਹੜਾ ਕਿਸੇ ਦੂਜੇ ਰਾਜ ਦੇ ਹੁਕਮਾਂ ਨੂੰ ਮੰਨਣ ਦਾ ਪਾਬੰਦ ਨਹੀਂ ਹੁੰਦਾ। ਹੁਣ ਜਦੋਂ ਤੋਂ ਸਾਨੂੰ ਪ੍ਰਭੂ ਸੱਤਾ ਮਿਲੀ ਹੈ, ਹੁਣ ਅਸੀਂ ਕਿਸੇ ਸ਼ਕਤੀ ਦੇ ਅਧੀਨ ਨਹੀਂ ਹਾਂ, ਅਸੀਂ ਸਾਰੇ ਆਪਣੇ ਅੰਦਰੂਨੀ ਤੇ ਬਾਹਰੀ ਫੈਸਲੇ ਆਪ ਕਰਦੇ ਹਾਂ। ਪ੍ਰੋਫੈਸਰ ਲਾਸਕੀ ਨੇ ਕੀ ਕਿਹਾ ਹੈ, ਰਾਜ ਨੂੰ ਪ੍ਰਭੂ ਸੱਤਾ ਕਰਕੇ ਹੀ ਹੋਰ ਬਾਕੀ ਮਨੁੱਖੀ ਸੰਸਥਾਵਾਂ ਤੋਂ ਵੱਖਰਾ ਮੰਨਿਆ ਜਾਂਦਾ ਹੈ। मतलब राज भी एक संस्था है, पर यह संस्था प्रभु सत्ता करके ही बाकी संस्थावां तो वखरी मन्नी जाती है। ये देखो अकॉर्डिंग टू लास्की दी डेफिनेशन, इट इज़ पोजेशन ऑफ सोवरेनिटी एंड दैट द स्टेट इज़ डिस्टिंग्विश्ड फ्रॉम ऑल अदर फॉर्म्स ऑफ ह्यूमन ऑर्गेनाइजेशंस। सो ये डेफिनेशन तुसीं याद कर सकते हो। ये देखो 15 अगस्त 1947 तो पहलों ही गल आ गई, भारत कोल 3 तत्त सी, ਉਹੀ 3 तत्त, परंतु प्रभु सत्ता ना होने करके भारत संपूर्ण राज नहीं अखवांदा सी। स्वतंत्रता प्राप्ति तो बाद प्रभु सत्ता प्राप्त होने जाण कारण भारत एक संपूर्ण राज बन गया। ठीक है, हुण प्रभु सत्ता आ गई। प्रभु सत्ता दे 2 पहलू हैं, 2 तरह की प्रभु सत्ता हुंदी है, अंदरूनी प्रभु सत्ता, बाहरी प्रभु सत्ता, इंटरनल सोवरेनिटी, एक्सटर्नल सोवरेनिटी। सो इंटरनल सोवरेनिटी की है अंदरूनी प्रभु सत्ता, राज की सर्वोच्च शक्ति जो राज दीयां हद्दां दे अंदर रहण वाले व्यक्ति ते हर संगठनां ते लागू हुंदी है। राज इन्हां नूं हर तरह के आदेश दे सकता है, हर तरह के उन्हां दे देशां दी पालना करनी पैंदी है। जे व्यक्ति राज की आग्या की पालना नहीं करता तो उसनूं राज नूं दंड देण दी शक्ति भी मिली है। सो अंदरूनी देश के अंदर राज संघ दी इकाइयां नूं अलग-अलग जिहड़े आदेश दे सकदा, सारे व्यक्तियों नूं राज द्वारा दिते जिहड़े हन कानूनां नूं मनना पैंदा है, हुकमां नूं मनना पैंदा है। जे नहीं मनदा तो उन्होंने दंड भी मिल जाता है। दूजी आ गई बाहरी प्रभु सत्ता, एक्सटर्नल सोवरेनिटी की है कि राज जिहड़ा है किसी दूसरे राज या किसी बाहरी शक्ति के अधीन नहीं है। वो किसी बाहरी शक्ति के अधीन चल के अपने हुक्म जिहड़े है उन्होंने नहीं चलान दिंदा किसी भी बाहरी शक्ति नूं। कोई भी दूसरा राज नूं अंदरूनी मामलिਆਂ ਵਿੱਚ दखल अंदाजी नहीं कर सकता। राज दूजे राज्यां नाल संधियां करनियां होण, अंतरराष्ट्रीय संगठनां दा मैंबर बनना होवे, युद्ध या शांति कुछ भी अपने जिहड़े है संधि करनी होवे तो राज पूर्ण रूप विच स्वतंत्र हुंदा है। जिस राज कोल अपनी नीतियां दे निर्माण करन दी पूरी स्वतंत्रता होएगी, जिहड़ा राज किसी बाहरी ताकत या किसी आदर्श की अपनी इच्छा अनुसार विरुद्ध मनण लई पाबंद नहीं हुंदा है, उस राज कोल की मन्निया जाएगा, उस कोल पूर्ण जिहड़ी है बाहरी प्रभु सत्ता होंद पाई जाती है। सो कहंदा कनक्लूजन की है, ऊपर दिते गए सारे विचारों को पढ़न तो बाद असीं कह सकते हाँ कि राज के निर्माण लई इन्हां 4 तत्तां दा होना जरूरी है। इन्हां 4 विचों जेकर एक तत्त की भी अनहोंद है तो राज की कल्पना भी नहीं की जा सकती।
ਰਾਜ ਤੋਂ ਇਲਾਵਾ ਕਿਸੇ ਵੀ ਹੋਰ ਸੰਗਠਨ ਕੋਲ ਇਹ ਤੱਤ ਨਹੀਂ ਹਨ। ਇਸੇ ਕਰਕੇ ਰਾਜ ਜਿਹੜਾ ਹੈ ਬਾਕੀ ਸੰਗਠਨਾਂ ਨਾਲੋਂ ਸ਼੍ਰੇਸ਼ਟ ਮੰਨਿਆ ਜਾਂਦਾ ਹੈ। ਹੁਣ ਆ ਗਿਆ ਬੱਚੇ ਸਭ ਤੋਂ ਮਹੱਤਵਪੂਰਨ ਤੱਤ। ਜੇਕਰ ਤੁਸੀਂ ਚਾਰੇ ਤੱਤਾਂ ਵਿੱਚੋਂ ਇੰਪੋਰਟੈਂਟ ਐਲੀਮੈਂਟ ਦੇਖਣਾ ਹੋਵੇ, ਸੋ ਚਾਰੇ ਤੱਤ ਬਹੁਤ ਮਹੱਤਵਪੂਰਨ ਹੈ। ਕਿਸੇ ਇੱਕ ਤੱਤ ਦੇ ਕਰਕੇ ਵੀ ਰਾਜ ਜਿਹੜਾ ਹੈ ਉਹਦੀ ਅਣਹੋਂਦ ਜਿਹੜੀ ਹੈ ਉਹ ਨਹੀਂ ਹੋਏਗੀ। ਪਰ ਜੇਕਰ ਮਹੱਤਤਾ ਦੇ ਪੱਖ, ਜੇਕਰ ਆਪਾਂ ਚਾਰੇ ਤੱਤਾਂ 'ਚੋਂ ਤੁਹਾਨੂੰ ਪੁੱਛਿਆ ਜਾਏ ਕਿ ਮਹੱਤਵਪੂਰਨ ਕਿਹੜਾ ਹੈ, ਤਾਂ ਆਪਾਂ ਜ਼ਿਆਦਾ ਮਹੱਤਵਪੂਰਨ ਕਿਹਨੂੰ ਦੇਵਾਂਗੇ? ਪ੍ਰਭੂ ਸੱਤਾ, ਸੋਵਰੈਨਿਟੀ ਸਭ ਤੋਂ ਮਹੱਤਵਪੂਰਨ। ਇਹਦੀ ਮਹੱਤਤਾ ਇਸ ਕਰਕੇ ਹੈ ਕਿਉਂਕਿ ਇਸ ਤੱਤ ਕਰਕੇ ਹੀ ਰਾਜ ਦੂਜੀਆਂ ਸੰਸਥਾਵਾਂ ਤੋਂ ਵੱਖਰਾ ਹੈ, ਸਰਵਸ਼੍ਰੇਸ਼ਟ ਹੈ। ਇਹ ਤੱਤ ਕਿਸੇ ਦੂਸਰੀ ਹੋਰ ਸੰਸਥਾ ਕੋਲ ਨਹੀਂ ਹੈ। ਰਾਜ ਕੋਲ ਪ੍ਰਭੂ ਸੱਤਾ ਹੋਣ ਕਰਕੇ ਰਾਜ ਬਾਕੀ ਸੰਗਠਨਾਂ ਨੂੰ ਹੁਕਮ ਦੇ ਸਕਦਾ ਹੈ ਤੇ ਆਪਣੀ ਇੱਛਾ ਉਸ ਤੇ ਠੋਸ ਸਕਦਾ ਹੈ। ਆਪ ਕਿਸੇ ਵੀ ਸੰਗਠਨਾਂ ਨੂੰ ਹੁਕਮਾਂ ਨੂੰ ਮੰਨਣ ਲਈ ਪਾਬੰਦ ਨਹੀਂ ਹੈ ਕਿਉਂਕਿ ਰਾਜ ਕੋਲ ਪ੍ਰਭੂ ਸੱਤਾ ਹੈ। ਇਸੇ ਕਾਰਨ ਹੀ ਇਹ ਤੱਤ ਬਾਕੀ ਤੱਤਾਂ ਨਾਲੋਂ ਵਧੇਰੇ ਜਿਹੜਾ ਹੈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹੁਣ ਬੱਚੇ ਇੱਕ ਥੱਲੇ ਟੌਪਿਕ ਹੈ ਕੀ ਹੇਠ ਲਿਖੇ ਰਾਜ ਹਨ। ਇਹ ਬਹੁਤ ਸਾਰੇ ਥੱਲੇ ਦੇਖੇ, ਜਿਵੇਂ ਸੰਯੁਕਤ ਰਾਸ਼ਟਰ ਸੰਘ ਹੈ। ਸੰਯੁਕਤ ਰਾਸ਼ਟਰ ਸੰਘ ਵਿੱਚ 193 ਜਿਹੜੇ ਦੇਸ਼ ਇਸ ਵਿੱਚ ਸ਼ਾਮਿਲ ਹਨ। ਪਰ ਸੰਯੁਕਤ ਰਾਸ਼ਟਰ ਨੂੰ ਰਾਜ ਨਹੀਂ ਕਹਾਂਗੇ ਕਿਉਂਕਿ ਇਹਦੇ ਕੋਲ ਆਪਣੀ ਨਾ ਤਾਂ ਆਬਾਦੀ ਹੈ, ਨਾ ਹੀ ਕੋਈ ਭੂਮੀ ਹੈ, ਨਾ ਹੀ ਸਰਕਾਰ ਹੈ ਤੇ ਨਾ ਹੀ ਪ੍ਰਭੂ ਸੱਤਾ ਹੈ। ਇੱਛੁਕ ਦੇਸ਼ ਜਿਨ੍ਹਾਂ ਨੇ ਚਾਹੇ ਜਿਹੜੇ ਦੇਸ਼ ਦੇ ਮੈਂਬਰ ਬਣੇ ਹੋਏ ਹਨ ਉਹ ਆਪਣੀ ਇੱਛਾ ਨਾਲ ਬਣੇ ਹੋਏ ਹਨ, ਜਦੋਂ ਮਰਜ਼ੀ ਛੱਡ ਕੇ ਜਾ ਵੀ ਸਕਦੇ ਹੈ। ਇਸ ਕਰਕੇ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੂੰ ਅਸੀਂ ਜਿਹੜਾ ਹੈ ਰਾਜ ਦੀ ਸੰਗਿਆ ਨਹੀਂ ਦੇਵਾਂਗੇ। ਇਹ ਰਾਜ ਨਹੀਂ ਹੈ। ਬੰਗਲਾਦੇਸ਼ ਕੀ ਰਾਜ ਹੈ? ਹੁਣ ਤੁਸੀਂ ਸੋਚੋ, ਬੰਗਲਾਦੇਸ਼ ਇੱਕ ਸੰਪੂਰਨ ਰਾਜ ਹੈ ਕਿ ਨਹੀਂ ਹੈ? ਬਿਲਕੁਲ ਇੱਕ ਸੰਪੂਰਨ ਰਾਜ ਹੈ ਕਿਉਂਕਿ ਪਹਿਲਾਂ ਇਹ ਪਾਕਿਸਤਾਨ ਦਾ ਹਿੱਸਾ ਹੁੰਦਾ ਸੀ। ਜਦੋਂ ਪਾਕਿਸਤਾਨ ਦਾ ਹਿੱਸਾ ਹੁੰਦਾ ਸੀ ਤਦ ਇਹ ਰਾਜ ਨਹੀਂ ਸੀ, ਪਰੰਤੂ ਦਸੰਬਰ 1971 ਵਿੱਚ ਇਸਨੇ ਸੁਤੰਤਰ ਰੂਪ ਵਿੱਚ ਇਹ ਹੋਂਦ ਵਿੱਚ ਆਇਆ। ਇਹਨੂੰ ਰਾਜ ਦਾ ਪੂਰਾ ਮਿਲਿਆ ਕਿਉਂਕਿ ਇਹਦੇ ਕੋਲ ਚਾਰੇ ਤੱਤ ਮੌਜੂਦ ਹੋ ਗਏ ਇਹਦੇ ਕੋਲ। ਇਸ ਕਰਕੇ ਬੰਗਲਾਦੇਸ਼ ਜਿਹੜਾ ਇਸ ਵਕਤ ਹੁਣ ਸੰਪੂਰਨ ਰਾਜ ਹੈ। ਪੰਜਾਬ, ਹਰਿਆਣਾ ਤੇ ਨਿਊਯਾਰਕ ਕੀ ਰਾਜ ਹੈ? ਪੰਜਾਬ, ਹਰਿਆਣਾ ਤੇ ਸਾਡੇ ਭਾਰਤ ਵਿੱਚ, ਨਿਊਯਾਰਕ ਅਮਰੀਕਾ ਵਿੱਚ ਹੈ। ਸੋ ਇਹ ਤਿੰਨੋਂ ਜਿਹੜੇ ਹਨ ਇਹਨਾਂ ਨੂੰ ਰਾਜ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਨਾਮ ਇਹਨਾਂ ਦਾ ਰਾਜ ਲਾਇਆ ਪਰ ਇਹ ਸੰਪੂਰਨ ਰਾਜ ਨਹੀਂ ਹਨ ਕਿਉਂਕਿ ਇਹ ਕਿਸੇ ਵੀ ਸੰਘ ਦੀਆਂ ਸੁਤੰਤਰ ਇਕਾਈਆਂ ਹਨ। ਇਹਨਾਂ ਨੂੰ ਰਾਜ ਨਹੀਂ ਕਹਿ ਸਕਦੇ ਚਾਹੇ ਇਹਨਾਂ ਕੋਲ ਤਿੰਨ ਤੱਤ ਹੈ ਆਪਣੇ, ਨਿਸ਼ਚਿਤ ਭੂ-ਭਾਗ ਵੀ ਹੈ, ਸਰਕਾਰ ਵੀ ਹੈ, ਜਨਸੰਖਿਆ ਵੀ ਹੈ। ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਇਹਨਾਂ ਕੋਲ ਪ੍ਰਭੂ ਸੱਤਾ ਨਹੀਂ ਹੈ। ਇਹ ਆਪਣੇ ਫੈਸਲੇ ਕਰਨ ਵਾਸਤੇ ਇਹਨਾਂ ਨੂੰ ਸੰਘ ਤੇ ਨਿਰਭਰ ਰਹਿਣਾ ਪੈਂਦਾ ਹੈ। ਸੰਘ ਦੀਆਂ ਇਕਾਈਆਂ ਹਨ, ਇਹ ਰਾਜ ਨਹੀਂ ਹਨ। ਸੰਘ ਦੀਆਂ ਇਕਾਈਆਂ, ਇਹ ਵੀ ਉਹੀ ਗੱਲ ਆ ਗਈ, ਤੁਹਾਨੂੰ ਹੁਣ ਸਮਝ ਲੱਗ ਗਈ ਕਿ ਇਹਦੇ ਵਿੱਚ ਕੋਈ ਵੀ ਸੰਘ ਦੀਆਂ ਇਕਾਈਆਂ ਕਿਸੇ ਵੀ ਦੇਸ਼ ਦੀਆਂ ਉਹ ਸੰਪੂਰਨ ਰਾਜ ਨਹੀਂ ਹੁੰਦੀਆਂ ਕਿਉਂਕਿ ਤਿੰਨ ਤੱਤ ਉਹਨਾਂ ਕੋਲ ਹੁੰਦੇ, ਚੌਥਾ ਤੱਤ ਪ੍ਰਭੂ ਸੱਤਾ ਨਹੀਂ ਹੁੰਦੀ। ਬ੍ਰਿਟਿਸ਼ ਨੌ ਆਬਾਦੀਆਂ, ਇਹ ਵੀ ਕੁਝ ਜਿਹੜੇ ਲੋਕ ਕਹਿੰਦੇ ਕਿ ਬ੍ਰਿਟਿਸ਼ ਦੇ ਅਧਿਕਾਰ ਦੇ ਅਧਿਰਾਜ ਦੇ ਜਿਹੜੇ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਜਿਹੜੇ ਹਨ ਇਹ ਰਾਜ ਨਹੀਂ ਮੰਨਦੇ ਹਨ ਕਿਉਂਕਿ ਕਹਿੰਦੇ ਇਹਨਾਂ ਦੇ ਨੌ ਆਬਾਦੀਆਂ ਦੇ ਗਵਰਨਰ ਜਨਰਲ ਜਿਹੜੇ ਹਨ ਇੰਗਲੈਂਡ ਦੇ ਸਮਰਾਟ ਨਿਯੁਕਤ ਕਰਦਾ ਹੈ। ਪਰ ਇਹ ਦੇਸ਼ ਆਪਣੇ ਅੰਦਰੂਨੀ ਤੇ ਬਾਹਰੀ ਮਾਮਲੇ ਵਿੱਚ ਸੁਤੰਤਰ ਹਨ। ਠੀਕ ਹੈ, ਇਸ ਕਰਕੇ ਰਾਜ ਅਖਵਾਉਂਦੇ ਹਨ। ਇਹਨਾਂ ਕੋਲ ਚਾਰੇ ਤੱਤ ਮੌਜੂਦ ਹੈ। ਜਿਹੜੇ ਗਵਰਨਰ ਜਨਰਲ ਵੀ ਹੈ ਨਾ, ਗਵਰਨਰ ਜਨਰਲ ਦੀ ਜਿਹੜੀ ਮਹਾਰਾਣੀ ਜਿਹੜੀ ਹੈ ਇੰਗਲੈਂਡ ਦੀ ਨਿਯੁਕਤ ਕਰਦੀ ਹੈ। ਸੋ ਕਦੀ ਵੀ ਆਪਣੇ ਦੇਸ਼ ਦੇ ਵਿੱਚ ਗਵਰਨਰ ਜਨਰਲ ਦੀ ਪਦਵੀ ਨੂੰ ਖਤਮ ਵੀ ਕਰ ਸਕਦੇ ਹਨ ਤੇ ਗਣਰਾਜ ਸਥਾਪਿਤ ਕਰ ਸਕਦੇ ਹਨ। ਇਸ ਕਰਕੇ ਇਹਨਾਂ ਨੂੰ ਅਸੀਂ ਕੀ ਕਹਾਂਗੇ? ਰਾਜ ਕਹਾਂਗੇ। ਇਜ਼ਰਾਈਲ ਕੀ ਹੈ? ਇਹ ਯਹੂਦੀ ਲੋਕਾਂ ਦਾ ਰਾਜ ਹੈ ਜੋ ਕਿ 1948 ਵਿੱਚ ਫਿਲਸਤੀਨ ਦੀ ਵੰਡ ਦੇ ਪਿੱਛੋਂ ਹੋਂਦ ਵਿੱਚ ਆਇਆ ਸੀ। ਇਹਦੇ ਕੋਲ ਚਾਰੇ ਤੱਤ ਹੈ, ਇਸ ਕਰਕੇ ਅਸੀਂ ਇਸ ਨੂੰ ਸੰਪੂਰਨ ਰਾਜ ਮੰਨਦੇ ਹਾਂ। ਅਗਲਾ ਬੱਚੇ ਇੱਕ ਟੌਪਿਕ ਆ ਗਿਆ ਰਾਜ ਤੇ ਸਰਕਾਰ ਚ ਅੰਤਰ। ਆਪਾਂ ਫਟਾਫਟ ਕਰ ਲੈਣਾ ਹੈ, ਸ਼ਾਰਟਕਟ, ਤੁਹਾਨੂੰ ਸਾਰਾ ਕੁਝ ਆਉਂਦਾ ਹੈ। ਇਹਦਾ ਡਿਫਰੈਂਸ ਕੀ ਹੈ ਗਵਰਨਮੈਂਟ ਤੇ ਸਟੇਟ ਦੇ ਵਿੱਚ? ਆਮ ਬੋਲਚਾਲ ਵਿੱਚ ਰਾਜ ਤੇ ਸਰਕਾਰ 'ਚ ਕੋਈ ਵੀ ਅੰਤਰ ਨਹੀਂ ਹੁੰਦਾ। ਬੜੀ ਵਾਰੀ ਦੋਨਾਂ ਦੀ ਜਗ੍ਹਾ ਇੱਕ ਦੂਜੇ ਸ਼ਬਦ ਨੂੰ ਪ੍ਰਯੋਗ ਕਰ ਲਿੱਤਾ ਜਾਂਦਾ ਹੈ। ਜਿਵੇਂ ਜਦੋਂ ਫਰਾਂਸ ਦਾ ਬਾਦਸ਼ਾਹ ਲੂਇਸ 14ਵਾਂ ਜਿਹੜਾ ਸੀ ਉਹ ਕੀ ਕਹਿੰਦਾ ਹੁੰਦਾ ਸੀ ਆਪਣੇ ਆਪ ਨੂੰ? ਮੈਂ ਰਾਜ ਹਾਂ, ਆਈ ਐਮ ਦਾ ਸਟੇਟ। ਇਸ ਕਥਨ ਤੋਂ ਕੀ ਭਾਵ ਹੈ ਕਿ ਉਹ ਸਰਕਾਰ ਹੈ ਕਿਉਂਕਿ ਉਹ ਰਾਜ ਦੀਆਂ ਸਾਰੀਆਂ ਸ਼ਕਤੀਆਂ ਉਸ ਕੋਲ ਹੈ ਤਾਂ ਉਹ ਆਪਣੇ ਆਪ ਨੂੰ ਰਾਜ ਅਖਵਾਉਂਦਾ ਸੀ। ਇਸੇ ਤਰ੍ਹਾਂ ਸਰਕਾਰੀ ਸਹਾਇਤਾ ਨੂੰ ਕਈ ਵਾਰ ਅਸੀਂ ਕਹਿੰਦੇ ਰਾਜ ਨੇ ਸਹਾਇਤਾ ਦਿੱਤੀ ਹੈ। ਹੁਣ ਦੀ ਸਰਕਾਰ ਦੀ ਸਹਾਇਤਾ ਆਪਾਂ ਕਹਿੰਦੇ ਰਾਜ ਦੀ ਜਿਹੜੀ ਹੈ ਹੈਲਪ ਮਿਲੀ ਹੈ। ਇੰਗਲੈਂਡ ਦੇ ਪ੍ਰਸਿੱਧ ਦਾਰਸ਼ਨਿਕ ਜੌਨ ਲੌਕ ਦਾ ਨਾਮ ਤੁਸੀਂ ਸੁਣਿਆ ਹੋਵੇਗਾ। ਉਸਨੇ 17ਵੀਂ ਸ਼ਤਾਬਦੀ ਵਿੱਚ ਸਭ ਤੋਂ ਪਹਿਲੀ ਵਾਰੀ ਦੋਨਾਂ ਸ਼ਬਦਾਂ 'ਚ ਮਤਭੇਦ ਪ੍ਰਗਟ ਕੀਤਾ ਵੀ ਦੋਨਾਂ ਵਿੱਚ ਡਿਫਰੈਂਸ ਹੈ। ਦਰਅਸਲ ਦੇਖਿਆ ਜਾਏ ਤਾਂ ਦੋਨੇ ਵੱਖਰੀਆਂ ਸੰਸਥਾਵਾਂ ਹਨ। ਜਿਵੇਂ ਤੁਹਾਨੂੰ ਪਤਾ ਹੀ ਹੈ ਰਾਜ ਜਿਹੜਾ ਹੈ ਸੰਪੂਰਨ ਸੰਸਥਾ ਹੈ, ਸਰਕਾਰ ਉਸਦਾ ਇੱਕ ਤੱਤ ਹੈ। ਸੋ ਦੋਨਾਂ ਵਿੱਚ ਅਗਰ ਡਿਫਰੈਂਸ ਕਰਨਾ ਤਾਂ ਕਿਹੜੇ ਆਧਾਰ ਤੇ ਕਰਾਂਗੇ? ਨੰਬਰ 1, ਰਾਜ ਪੂਰਨ ਸੰਸਥਾ ਹੈ, ਸਰਕਾਰ ਉਸਦਾ ਹਿੱਸਾ ਹੈ। ਇਸ ਲਈ ਤੱਕ ਤੁਹਾਨੂੰ ਪਤਾ ਲੱਗ ਗਿਆ ਸਟੇਟ ਇਜ਼ ਕੰਪਲੀਟ ਆਰਗੇਨਾਈਜੇਸ਼ਨ ਕਿਉਂਕਿ ਉਹਦੇ ਕੋਲ ਚਾਰੇ ਹੀ ਤੱਤ ਮੌਜੂਦ ਹਨ। ਬਟ ਗਵਰਨਮੈਂਟ ਇਜ਼ ਇਟਸ ਪਾਰਟ, ਸਰਕਾਰ ਜਿਹੜੀ ਹੈ ਉਹ ਉਸਦਾ ਇੱਕ ਹਿੱਸਾ ਹੈ। ਜਿਵੇਂ ਕਿ ਮਨੁੱਖੀ ਸਰੀਰ ਦੇ ਵੱਖ-ਵੱਖ ਮਹੱਤਵਪੂਰਨ ਅੰਗ ਹੁੰਦੇ ਹਨ, ਕੋਈ ਵੀ ਅੰਗ ਸੰਪੂਰਨ ਸਰੀਰ ਨਹੀਂ ਹੋ ਸਕਦਾ। ਆਪਾਂ ਕਹੀਏ ਹੱਥ ਇਕੱਲੇ ਸੰਪੂਰਨ ਸਰੀਰ ਹੈ ਜਾਂ ਪੈਰ ਇਕੱਲੇ ਹੈ, ਕੋਈ ਵੀ ਇਕੱਲਾ ਅੰਗ ਸਰੀਰ ਪੂਰਾ ਨਹੀਂ ਬਣ ਸਕਦਾ। ਸਰਕਾਰ ਵੀ ਰਾਜ ਦਾ ਇੱਕ ਅੰਗ ਜਾਂ ਇੱਕ ਤੱਤ ਹੈ, ਪੂਰਨ ਰਾਜ ਨਹੀਂ ਹੈ।
क्लियर है। दूसरा है निश्चित भूमि राज दे लिए जरूरी है, सरकार दे लिए नहीं। फिक्स टेरिटरी इज एसेंशियल फॉर द स्टेट नॉट फॉर द गवर्नमेंट। सो निश्चित इलाका राज का जरूरी तत्व है, सरकार वास्ते निश्चित इलाका होना जरूरी नहीं है। सरकार तो बेटा किते भी जाके किते भी काम कर सकती है, उसलिए भूमि की लोड़ नहीं है। ਜਦੋਂ तक लोग टब्बर वासियों की तरह इधर उधर घूमते सी उदों तक राज का जन्म नहीं होया। ਜਦੋਂ ਉਹਨਾਂ ਨੇ ਇੱਕ ਜਗ੍ਹਾ ਸਥਾਈ ਤੌਰ ਤੇ ਰਹਿਣਾ ਸ਼ੁਰੂ ਕਰ ਦਿੱਤਾ ਉਦੋਂ ਹੀ ਰਾਜ ਦਾ ਜਨਮ ਹੋਇਆ। ਸੋ ਫਿਕਸ ਟੈਰੀਟਰੀ ਕਿਹਦੇ ਲਈ ਜ਼ਰੂਰੀ ਹੈ? ਰਾਜ ਲਈ ਜ਼ਰੂਰੀ ਹੈ, ਸਰਕਾਰ ਲਈ नहीं। ਇਹ ਵੀ ਇਹਨਾਂ ਦੇ ਵਿੱਚ ਅੰਤਰ ਹੋ ਗਿਆ। तीसरा, राज निराकार है, सरकार साकार है। स्टेट इज एब्सट्रैक्ट, गवर्नमेंट इज कंक्रीट। सो राज का कोई निश्चित आकार नहीं होंदा। असी कभी देखा नहीं है राज का, सीमा देखते हैं उपरों, पर राज दिखता नहीं है, एक भावना है जिसकी केवल कल्पना की जा सकती है। पर सरकार तो बेटे स्पष्ट नजर आती। कोई भी गवर्नमेंट बनती है, तुम देखिए ना वो किदा शब्द लेंदे हैं सारे जाने मिल के, सरकार के सारे मैंबर सानू नजर आते हैं, इन्ने मैंबर हैं, इन्ने लोगों ने मिलकर सरकार बनाई। सो सरकार की है, एक साकार रूप है। सरकार उन्हां लोगों का समूह है जो राज का शासन चलाते हैं, राज की सर्वोच्च सत्ता ਦਾ शक्ति का प्रयोग करते हैं, इसलिए सरकार नूं साकार रूप विच वेख्या जा सकता। बट राज जड़ा है वो निराकार रूप है। अगला पॉइंट है राज स्थाई है, सरकार अस्थाई है। ये तो क्लियर ही है। स्टेट इज परमानेंट, गवर्नमेंट इज टैंपरेरी। राज स्थिर है, राज की स्थिरता जल्दी खत्म नहीं होती, पर सरकारां ते आंदियां जांदियां रहिंदियां हन, समय नाल बदलदियां रहिंदियां हन, पर राज की स्थिरता ते उसका कोई भी असर नहीं पैंदा। इस दियां बहुत सारियां उदाहरणां साडे सामने हन। ये कहना कहंदा बिल्कुल गलत होएगा, पर देखो असीं कहने ना राज परमानेंट, ये भी गल नहीं हो सकती। राज का कि कभी अंत ही नहीं हो सकता, इस तरह नहीं है। जदों राज अपनी सोवरेनिटी प्रभु सत्ता गवा लैंदा है, ਜਦੋਂ ਕੋਈ ਦੂਜਾ ਦੇਸ਼ ਉਹਦੇ ਤੇ ਅਟੈਕ ਕਰ ਦਿੰਦਾ ਹੈ, ਉਹਦੀ ਪ੍ਰਭੂ ਸੱਤਾ ਖਤਮ ਹੋ ਜਾਂਦੀ ਹੈ, ਤਾਂ ਰਾਜ ਦਾ ਵੀ ਅੰਤ ਹੋ ਜਾਂਦਾ ਹੈ। ਜੇਕਰ ਕਿਸੇ ਰਾਜ ਦੀ ਜਨਸੰਖਿਆ ਦਾ ਵੀ ਅੰਤ ਹੋ ਜਾਵੇ ਤਾਂ ਰਾਜ ਦੀ ਸਥਿਰਤਾ ਵੀ ਸਮਾਪਤ ਹੋ ਜਾਂਦੀ ਹੈ। ਸੋ ਰਾਜ ਕਦੀ ਵੀ ਜਿਹੜਾ ਹੈ ਖਤਮ ਹੋ ਸਕਦਾ ਹੈ। पर सरकारां जड़ियां ये नहीं है, ज़्यादातर राज की होंदे हन स्थाई होंदे हन, सरकारां आंदियां जांदियां रहिंदियां हन। ये तुसीं डिफरेंस दा पॉइंट लिखना। राज कोल प्रभु सत्ता है, सरकार को नहीं। तो बहुत बार डिस्कस हो गया, तुहानूं हुण क्लियर है भी प्रभु सत्ता सिर्फ राज कोल ही है, सरकार कोल प्रभु सरकारां नूं प्रभु सत्ता किन्ने दित्ती है? राज ने दित्ती है। सरकार दे कोल कोई ऐसी शक्ति नहीं है। सरकार ये नहीं सरकार चलेगी ਇਹਦਾ मतलब ये थोड़ी प्रभु सत्ता ਉਹਨਾਂ ਕੋਲ ਰਹਿ ਗਈ, ਜਿਹੜੀ ਨਵੀਂ ਸਰਕਾਰ ਆ ਜਾਏਗੀ ਉਹਨੂੰ ਮਿਲ ਜਾਏਗੀ। ਅਤੇ ਸਰਕਾਰ ਰਾਜ ਦੀ ਇੱਛਾ ਦੇ ਅਨੁਸਾਰ ਹੀ ਕੰਮ ਕਰਦੀ है। राज किसी भी समय सरकार को कभी शक्तियां घटा वधा सकता, जो चाहे उहदे कोलों वापिस भी लै सकदा। मतलब जो सरकार ठीक काम ना करे तो कभी भी उस सरकार नूं खत्म कर दिता जाता है, तो नवीं सरकार जिहड़ी बना लीती जाती है। 6वां पॉइंट अंतर दा, राज की मैंबरशिप जरूरी है, सरकार की जरूरी नहीं। मैंबरशिप ऑफ द स्टेट इज कंपलसरी नॉट फॉर द गवर्नमेंट। हर व्यक्ति लिए राज का मैंबर होना जरूरी है। कोई व्यक्ति ये नहीं कह सकता मैं किसी राज का मैंबर नहीं बनना। जेकर उसे कारण किसी राज की मैंबरशिप वो त्याग भी दवे कि मैं इस राज च नहीं रहना, तो उन्होंने किसी ना किसी दूजे राज का मैंबर बनना पैंदा है। राज की मैंबरशिप इच्छुक नहीं है, सो वो लाजमी है। जबकि सरकार का मैंबर बनना ना बनना ये व्यक्ति की इच्छा ते योग्यता की लोड़ होंदी है, जो उहदे ते निर्भर करता है। सरकार की मैंबरी किसी तक ठोंसी नहीं जा सकती। जिहड़ा व्यक्ति इलैक्शन लड़े, जिहड़ा सरकार जाना चाहे जा सकता, जिहड़ा नहीं वो नहीं। सगों ये सरकार व्यक्ति की इच्छा पर निर्भर करता है, पर राज की मैंबरशिप तो कोई इनकार नहीं कर सकता। 7वां पॉइंट है राज दियां किस्मां नहीं, सरकार दियां किस्मां। ये भी तुहानूं पता है। ऑल स्टेट्स आर अलाइक बट द गवर्नमेंट इज ऑफ मैनी काइंड्स। राज दियां ਵੱਖ-ਵੱਖ किस्मां ਜਿਹੜੀਆਂ ਹਨ नहीं ਹੁੰਦੀਆਂ। राज चाहे छोटे हो सकते, ਵੱਡੇ हो सकते, जो 4 तत्व जरूरी है। किस्मां सरकार दियां ਵੱਖਰੀਆਂ ਵੱਖਰੀਆਂ ਹੁੰਦੀਆਂ। ਵੱਖ-ਵੱਖ ਦੇਸ਼ਾਂ 'ਚ ਵੱਖਰੀਆਂ ਵੱਖਰੀਆਂ ਸਰਕਾਰਾਂ ਹਨ, ਜਿਵੇਂ ਭਾਰਤ 'ਚ ਸੰਸਦੀय ਸਰਕਾਰ ਹੈ, ਅਮਰੀਕਾ ਵਿੱਚ ਪ੍ਰਧਾਨਗੀ ਸਰਕਾਰ ਹੈ, ਕੈਨੇਡਾ ਵਿੱਚ ਸੰਘਾਤਮਕ ਸਰਕਾਰ ਹੈ, ਇੰਗਲੈਂਡ ਵਿੱਚ ਇਕਾਤਮਕ ਸਰਕਾਰ ਹੈ। ਸੋ ਵੱਖਰੇ ਵੱਖਰੇ ਸਰਕਾਰਾਂ ਦੇ ਰੂਪ ਦੇਖਣ ਨੂੰ ਮਿਲਦੇ ਹਨ, ਜਦਕਿ ਰਾਜ ਇੱਕ ਹੀ ਕਿਸਮ ਦਾ ਹੁੰਦਾ ਹੈ। 8वां लास्ट पॉइंट है लोग सरकार की विरोधता कर सकते हैं पर राज की नहीं। पीपल कैन अपोज द गवर्नमेंट बट नॉट द स्टेट। जेकर कोई भी सरकार मनुखी कल्याण का काम नहीं करती है तो लोग अजिही सरकार का विरोध कर सकते हैं, पर राज की विरोधता कदे भी नहीं की जा सकती। राज संपूर्ण शक्तिशाली संस्था है, लोग और सरकार दोवें ही राज के अधीन हैं, इस करके राज की विरोधता संभव नहीं है। तो ऊपर दिते हुए जिन्ने भी विचार जिन्ने आप 8 पॉइंट पढ़े हैं, इसनूं पढ़न तो बाद असीं किहड़े सिੱਟੇ ते पहुंचते हाँ कि राज ਅਤੇ सरकार विचकार व्यापक अंतर पाए जाते हैं। इन्हां दोहां नूं एक दूजे तो जिहड़ा है ये ਵੱਧ ਤੋਂ ਵੱਧ जिहड़ा है ਵੱਖਰੇ कर देना बिल्कुल जिहड़ा असंभव प्रतीत हुंदा। मतलब है दोने ਵੱਖਰੇ ਵੱਖਰੇ है पर दोनों नूं अलग नहीं किया जा सकता। क्यों? क्योंकि राज अपने उद्देशां की पूर्ति वास्ते अपने नीतियां नूं लागू करन वास्ते उसनूं एक संगठन की लोड़ पैंदी है जिहड़े उहदी नीतियां नूं लागू करे। वो संगठन की हो गया? सरकार है। सरकार द्वारा वरती जाण वालीआं शक्तियां देखिया जाए तो असल विच राज दीआं ही शक्तियां हुंदियां
ਹਨ। ਸਰਕਾਰ ਇਹਨਾਂ ਸ਼ਕਤੀਆਂ ਦਾ ਪ੍ਰਯੋਗ ਜਿਹੜਾ ਹੈ ਰਾਜ ਦੇ ਨਾਮ ਤੇ ਹੀ ਕਰਦਾ ਹੈ। ਸੋ ਬੇਟਾ ਇਹ ਤੁਹਾਡਾ ਟੌਪਿਕ ਕਲੀਅਰ ਹੋ ਗਿਆ। ਬਹੁਤ ਸੌਖਾ ਹੈ, ਬਹੁਤ ਧਿਆਨ ਨਾਲ ਸਮਝ ਕੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹੋ। ਓਕੇ ਬੇਟਾ, ਥੈਂਕ ਯੂ।